देश दुनिया च वसदे पंजाबियां नूं जी आया। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सरदार नरिंदरपाल सिंह। भावें 2022 की वाट अजे लंबी है, लेकिन इस नूं विउंतण लई एक सिलसिला बनिया होया। सारियां धिरां खूब पसीना बहा रहीआं और जेकर अकाली सफां की गल करिए तो इसे साल 100 साला इतिहास बना जाना इस पार्टी ने। 100 सालां दे इतिहास विच बड़े उतराव चढ़ाव ने, तुसीं गवाह रहे हो। ਜਿਹੜੇ ਲਗਭਗ ਪੌਣੀ ਸਦੀ ਹੰਡਾਏ ਉਹਨਾਂ ਨੂੰ ਤਾਂ ਸਾਰੀਆਂ ਗੱਲਾਂ ਦਾ ਬਤੌਰ ਚਸ਼ਮਦੀਦ ਪਤਾ ਹੈ, ਲੇਕਿਨ ਇੰਨੀ ਦਿਨੀ ਅਕਾਲੀ ਹਲਕਿਆਂ 'ਚ ਗਲਿਆਰਿਆਂ 'ਚ ਜੋ ਹੋ ਰਿਹਾ ਉਹਦੀ ਚਰਚਾ ਜ਼ਿਆਦਾ ਹੈ। ਸੁਖਬੀਰ ਸਿੰਘ ਬਾਦਲ ਬੇਸ਼ੱਕ ਘੋਰ ਮਿਹਨਤ ਕਰ ਰਹੇ ਆ ਔਰ ਉਹਨਾਂ ਦੇ ਸਾਥੀ ਵੀ ਦਿਨ ਭਰ ਲਗਾਤਾਰ ਲੱਗੇ ਹੋਏ ਆ, ਲੇਕਿਨ ਇਹ ਪੰਡ ਆ ਕਿ ਖਿਲਰਦੀ ਜਾਂਦੀ ਆ ਔਰ ਇਹ ਸਿਲਸਿਲਾ ਥੰਮਣ ਦਾ ਨਾਂ ਨਹੀਂ ਲੈਂਦਾ। ਕੋਈ ਨਾ ਕੋਈ ਪੁਰਾਣਾ ਬੰਦਾ ਪਾਰਟੀ ਛੱਡ ਕੇ ਚਲੇ ਜਾਂਦਾ ਹੈ। ਮੈਸੇਜ ਬੜੇ ਵਿੰਗੇ ਟੇਢੇ ਗਾਂ ਚੱਲਦੇ ਰਹਿੰਦੇ ਆ। ਲੋਕ ਜਿਹੜੇ ਬਹੁਤ ਸਾਲਾਂ ਤੋਂ ਪੰਥਕ ਧਿਰਾਂ ਨਾਲ ਜੁੜੇ ਸੀ, ਜਿਹੜੇ ਕਹਿੰਦੇ ਸੀ ਅਸੀਂ ਤਾਂ ਪੰਥ ਨੂੰ ਵੋਟ ਪਾਉਣੀ, ਹੁਣ ਉਹ ਪੰਥ ਭਾਲਦੇ ਫਿਰਦੇ ਆ ਕਿ ਪੰਥ ਕਿਹੜੀ ਧਿਰ ਹੈ। ਧਿਰਾਂ ਬਹੁਤ ਵੱਧ ਗਈਆਂ, ਵਿਚਾਰਧਾਰਾ ਦੇ ਮਾਮਲੇ 'ਚ ਵੀ ਕਨਫਿਊਜ਼ਨ ਆ। ਲੋਕ ਸਮਝਦੇ ਆ ਅਕਾਲੀ ਪਾਰਟੀ ਇੱਥੋਂ ਦੇ ਹੱਕਾਂ ਹਿੱਤਾਂ ਲਈ ਜੂਝਣ ਲਈ ਬਣੀ ਸੀ, ਉਹ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਬਿਹਤਰ ਕਰਨ ਲਈ, ਸਿਕਿਉਰ ਕਰਨ ਲਈ ਬਣੀ ਸੀ, ਉਹ ਪੰਜਾਬ ਲਈ ਸੰਘਰਸ਼ ਕਰਨ ਦਾ ਮਾਦਾ ਰੱਖਦੀ ਸੀ। ਉਹ ਗਵਾਚ ਕਿੱਥੇ ਗਈ, ਉਹ ਕਿੱਧਰ ਹੋ ਤੁਰੀ, ਇਹ ਦੇਖਣ ਵਾਲੇ ਮਸਲੇ ਆ। ਸੋ ਇੰਨੀ ਦਿਨੀ ਇੱਕ ਫੇਰ ਸਿਲਸਿਲਾ ਬਣਿਆ ਹੋਇਆ। ਇੱਕ ਬੰਦਾ ਇਧਰੋਂ ਛੱਡ ਕੇ ਦੂਜੇ ਬੰਨੇ ਚਲੇ ਜਾਂਦਾ, ਦੂਜਾ ਦੂਜੇ ਬੰਨੇ ਚਲੇ ਜਾਂਦਾ। ਇਹ ਵੀ ਸਮਝ ਨਹੀਂ ਆਉਂਦੀ ਕਿ ਕੌਣ ਵੱਡਾ ਪੰਥਕ ਹੈ, ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਸਰਗਰਮੀ ਪੂਰੀ ਹੈ, ਸਿਲਸਿਲਾ ਪੂਰਾ ਹੈ। ਸੋ ਸਰਦਾਰ ਸਾਹਿਬ, ਜਦੋਂ ਸਰਦਾਰ ਸੁਖਬੀਰ ਸਿੰਘ ਸਾਰੇ ਓੜ ਪੋੜ ਕਰਨ ਦੇ ਬਾਵਜੂਦ ਵੀ ਬਹੁਤ ਥਾਵਾਂ ਤੇ ਨਾਕਾਮਯਾਬ ਹੁੰਦੇ ਦਿਸਦੇ ਆ, ਉਸ ਵੇਲੇ ਇਸ ਅਕਾਲੀ ਪੋਲਿਟਿਕਸ ਨੂੰ ਕਿਸ ਤਰੀਕੇ ਨਾਲ ਐਨਾਲਾਈਜ਼ ਕੀਤਾ ਜਾਵੇ, ਇਹਦਾ ਵਿਸ਼ਲੇਸ਼ਣ ਕੀਤਾ ਜਾਵੇ, ਕਿੱਥੇ ਕਿੱਥੇ ਘਾਟਾਂ ਕਮੀਆਂ, ਇਹ ਬਹੁਤ ਜ਼ਰੂਰੀ ਆ। ਔਰ ਖਾਸ ਤੌਰ ਤੇ ਸਿਆਸੀ ਵਿਸ਼ਲੇਸ਼ਕ ਇਹਦੇ ਉੱਤੇ ਮੱਥਾਪੱਚੀ ਕਰਦੇ ਰਹਿੰਦੇ ਆ, ਸਿਰ ਜੋੜਦੇ ਰਹਿੰਦੇ ਆ ਕਿ ਆਖਰ ਸਭ ਠੀਕ ਹੋਣ ਦੇ ਬਾਵਜੂਦ ਸਭ ਗਲਤ ਕਿੱਦਾਂ ਹੋ ਜਾਂਦਾ। ਕੁਝ 2 ਕਦਮ ਗਾਂਹ ਧਰਨ ਵਾਲੇ 10 ਕਦਮ ਪਿਛਾਂ ਕਿਵੇਂ ਜਾ ਪੈਂਦੇ ਆ, ਇਹ ਵੱਡੇ ਸਵਾਲ ਹੈ। ਭਾਵੇਂ ਬੇਅਦਬੀ ਮਾਮਲੇ ਹੋਣ, ਭਾਵੇਂ ਉਸ ਤੋਂ ਬਾਅਦ ਸਰਕਾਰ ਦੇ ਵਿੱਚ ਹੋਈਆਂ ਗਲਤੀਆਂ ਹੋਣ, ਤੇ ਅੱਜ 3.5 ਸਾਲ ਬੀਤਣ ਤੋਂ ਬਾਅਦ ਵੀ 2017 ਲੰਘਿਆ, ਲਗਭਗ 3.5 ਸਾਲ, ਫਰਵਰੀ 17 ਔਰ ਅੱਜ ਅਸੀਂ ਜੁਲਾਈ 20 ਚ ਬੈਠੇ ਆ। ਸੋ ਮਗਰ 1.5 ਸਾਲ ਬਚਿਆ, ਅਜੇ ਤੱਕ ਵੀ ਤਿਆਰੀ ਨਹੀਂ ਹੋ ਸਕੀ ਅਗਲੀ ਇਲੈਕਸ਼ਨ ਦੀ। ਅਸੀਂ ਮੁੱਦੇ ਐਡਰੈਸ ਨਹੀਂ ਕਰ ਪਾਏ, ਮੁੱਦਿਆਂ ਦੀ ਨਿਸ਼ਾਨਦੇਹੀ ਨਹੀਂ ਕਰ ਪਾਏ, ਕਿੱਥੇ ਕਿੱਥੇ ਗਲਤੀਆਂ ਕਰਾਏ। ਹਾਲਾਂਕਿ ਮੈਂ ਇੱਕ ਬਹੁਤ ਵੱਡਾ ਜਿਹੜਾ ਇਤਿਹਾਸ ਨਾਲ ਸੰਬੰਧਿਤ ਅਕਾਲੀ ਕਾਰਕੁਨ ਹੈ ਉਹਦੇ ਨਾਲ ਜਦੋਂ ਗੱਲ ਕੀਤੀ ਤੇ ਉਹ ਕਹਿੰਦੇ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਨੇੜੇ ਸਲਾਹਕਾਰ ਹੈ ਉਹ ਬਹੁਤ ਅਸੁਰੱਖਿਅਤ ਮਹਿਸੂਸ ਕਰਦੇ ਆ ਜਦੋਂ ਕੋਈ ਨਵੀਂ ਧਿਰ ਨਾਲ ਹੋਣ ਲੱਗਦੀ ਆ। ਉਹ ਜਦੋਂ ਕਹਿੰਦੇ ਜੀ ਕੋਈ ਸਿਆਣਾ ਸਿਰ ਉਹਨਾਂ ਦੇ ਕੋਲ ਹੋਣ ਦੀ ਕੋਸ਼ਿਸ਼ ਕਰਦਾ ਹੈ, ਜਿਹੜੇ ਪਹਿਲੇ ਬੈਠੇ ਸਲਾਹਕਾਰ ਹੈ ਉਹ ਅਸੁਰੱਖਿਅਤ ਮਹਿਸੂਸ ਕਰਨ ਲੱਗ ਜਾਂਦੇ ਆ, ਜੁਗਾੜ ਲਾਉਣੇ ਸ਼ੁਰੂ ਕਰ ਦਿੰਦੇ ਆ ਕਿ ਸੁਖਬੀਰ ਸਿੰਘ ਬਾਦਲ ਸਾਡੇ ਬਿਨਾਂ ਕਿਸੇ ਵੱਲ ਦੇਖ ਨਾ ਪਾਏ। ਕਹਿੰਦੇ ਜੀ ਇਹ ਲਗਭਗ ਪਿਛਲੇ 5-6 ਸਾਲਾਂ 'ਚ ਇਹ ਇੱਕ ਤਰ੍ਹਾਂ ਨਾਲ ਸਿਲਸਿਲਾ ਹੀ ਬਣ ਗਿਆ ਕਿ ਕਿਵੇਂ ਉਹਨਾਂ ਤੱਕ ਉਹੀ ਪਹੁੰਚਾਇਆ ਜਾਵੇ ਜਿਹੜਾ ਪਹੁੰਚਾਉਣਾ ਬਣਦਾ ਹੈ, ਨਾ ਕੋਈ ਫालतू ਇੱਧਰ ਉੱਧਰ ਦੀ ਤਸਵੀਰ ਦਿਖਾਈ ਜਾਵੇ, ਸਿਰਫ ਚਾਪਲੂਸੀ ਦਾ ਬੋਲਬਾਲਾ ਹੈ। ਸੋ ਤੁਹਾਡਾ ਵਿਊ ਪੁਆਇੰਟ ਅਹਿਮ ਰਹੇਗਾ ਕਿ ਆਖਰ ਗਲਤੀਆਂ ਕਿੱਥੋਂ ਕਿੱਥੋਂ ਹੋ ਰਹੀਆਂ। देखो रंधावा साहब, पहली गल तो कि जो तुसी अकाली दल के 100 साल की गल करोगे जी, तो अकाली दल के जिहड़े मुढ़ले 27 साल ने 1920 तो लैके 1947 तक जी, उन्हां नूं तुसी सिर्फ उस कड़ी नाल जोड़ोगे जिहड़े लोग इस अकाली दल नूं अकाली दल के मुकाम तक पहुंचाउण लई जाणे गए, जिन्हां बारे अकाली दल अज भी दावा करदा कि ये कुर्बानियां लखां हज़ारां कुर्बानियां तो बाद ये सियासी पार्टी होंद विच आई। 1947 तो लैके 1920 तो 1947 तक 27 साल का समा, 1947 तो लैके 1987 तक अकाली दल ने 2 बार राज भी किया। 73 च भी वजारत बनी, 77 च भी बनी, 85 च भी बनी। लेकिन होया की आ कि अकाली दल दे वो लोग जिहड़े इस अकाली दल नूं एक डोर दे विच परोई रखे हुए सन, वो हौली हौली किरने शुरू हो गए जी।
ਅਕਾਲੀ ਦਲ ਮਾਸਟਰ ਤਾਰਾ ਸਿੰਘ, ਅਕਾਲੀ ਦਲ ਉਮਰਾ ਨੰਗਲ, ਅਕਾਲੀ ਦਲ ਦਿੱਲੀ, ਕਿੰਨੇ ਕੁ ਅਕਾਲੀ ਦਲ ਬਣੇ ਕੁਛ ਨਹੀਂ ਕਿਹਾ ਜਾ ਸਕਦਾ। ਔਰ ਉਹ ਸਾਰੇ ਲੋਕ ਅਖੀਰ ਦੇ ਉੱਤੇ 1987 ਤੋਂ ਬਾਅਦ 1996 ਤੱਕ ਇੱਕ ਮੁਕਾਮ ਤੇ ਪੁੱਜਦੇ ਆ ਜਿੱਥੇ ਇਹ ਦੋਸ਼ ਸ਼ਰੇਆਮ ਲੱਗੇ ਔਰ ਅੱਜ ਵੀ ਕਾਇਮ ਨੇ ਕਿ ਅਕਾਲੀ ਦਲ ਭਾਵੇਂ 2020 ਦੇ ਵਿੱਚ ਆਪਣਾ 100 ਸਾਲਾ ਮਨਾ ਰਿਹਾ, ਲੇਕਿਨ ਇਹਦਾ ਜਿਹੜਾ ਮੁੱਢਲਾ ਸਰੂਪ ਸੀ, ਜਿਹਦੀ ਪਰਿਭਾਸ਼ਾ ਦੇ ਵਿੱਚ ਹੀ ਸਿੱਖ ਤੇ ਸਿੱਖੀ ਲਫ਼ਜ਼ ਸੀ, ਉਹ 1996 ਚ ਖਤਮ ਹੋ ਜਾਂਦਾ। ਹੁਣ ਸਵਾਲ ਇਹ ਰਹੇਗਾ ਕਿ 1996 ਤੋਂ ਲੈ ਕੇ 2020 ਤੱਕ ਇਸ ਅਕਾਲੀ ਦਲ ਦੇ ਕੋਲ ਕੌਣ ਲੋਕ ਨੇ। ਤਿੰਨ ਕਿਸਮ ਦੇ ਲੋਕਾਂ ਨੂੰ ਤੁਸੀਂ ਵੇਖ ਸਕਦੇ ਹੋ। ਇੱਕ ਉਹ ਲੋਕ ਜਿਨ੍ਹਾਂ ਨੇ ਕਦੇ ਇਸ ਅਕਾਲੀ ਦਲ ਨੂੰ ਬਰਕਰਾਰ ਰੱਖਣ ਲਈ ਕੰਮ ਕੀਤਾ। ਕਦੇ ਭਾਵੇਂ ਤੁਸੀਂ ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ ਪੰਥਕ ਚਿਹਰਾ ਮੰਨੋ ਸ਼੍ਰੋਮਣੀ ਕਮੇਟੀ ਦਾ, ਲੇਕਿਨ ਦਿੱਲੀ ਦੀ ਸਿਆਸਤ ਉਹਦੇ ਤੋਂ ਖੌਫ ਖਾਂਦੀ ਸੀ। ਉਹਨਾਂ ਦੇ ਕੋਲ ਇੰਨਾ ਕੁ ਜੁਰਤ ਸੀ ਕਿ ਪਾਰਲੀਮੈਂਟ ਦੇ ਵਿੱਚ ਖੁਸ਼ਵੰਤ ਸਿੰਘ ਵਰਗੇ ਕਹਿੰਦੇ ਸੀ ਕਿ ਕਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਉਹਦੇ ਕੱਦ ਨੂੰ ਐਡਾ ਬੌਣਾ ਨਾ ਕਰਕੇ ਵੇਖੋ। ਲੇਕਿਨ ਉਹਦੇ ਤੋਂ ਬਾਅਦ ਕੀ ਹੋਇਆ, ਦੂਸਰੇ ਲੋਕ ਉਹ ਅਕਾਲੀ ਦਲ ਚਾਹੇ ਜਿਨ੍ਹਾਂ ਨੂੰ ਲੱਗਾ ਕਿ ਅਸੀਂ ਹੁਣ ਕਿਤੇ ਇਹ ਜਿਹੜੀ ਸੱਤਾ ਮਿਲੀ ਆ ਇੱਕ ਕੁਰਬਾਨੀਆਂ ਤੋਂ ਬਾਅਦ, ਪਹਿਲੀ ਸੱਤਾ ਜਿਹੜੀ ਸੀ ਉਹ 1920 ਤੋਂ ਪਹਿਲਾਂ ਦੀ ਕੁਰਬਾਨੀਆਂ ਤੋਂ ਬਾਅਦ ਮਿਲੀ ਸੀ ਜਦੋਂ ਅਕਾਲੀ ਦਲ ਬਣਿਆ। ਦੂਸਰੀ ਸੱਤਾ ਬਰਕਰਾਰ ਰਹੀ ਜਿਹੜੀ 1920 ਤੋਂ ਲੈ ਕੇ 1947 ਤੱਕ ਇਸ ਦੇਸ਼ ਵੰਡ ਦੇ ਨਾਂ ਦੇ ਉੱਤੇ ਕੁਰਬਾਨੀਆਂ ਕੀਤੀਆਂ ਗਈਆਂ, ਜਿਹਦੇ ਚ ਉਸ ਵੇਲੇ ਅੰਗਰੇਜ਼ ਨੇ 47 ਦੀ ਵੰਡ ਚ ਸਿਰਫ 3 ਧਿਰਾਂ ਮੰਨੀਆਂ ਸਨ। ਇੱਕ ਸਿੱਖ ਕੌਮ ਸੀ, ਇੱਕ ਮੁਸਲਿਮ ਕੌਮ ਸੀ ਔਰ ਇੱਕ ਹਿੰਦੂ ਕੌਮ ਸੀ। ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲਾ ਉਸ ਵੇਲੇ ਅਕਾਲੀ ਦਲ ਮੰਨਿਆ ਗਿਆ ਸੀ। ਔਰ ਇੱਥੋਂ ਤੱਕ ਆਉਂਦੇ ਆਉਂਦੇ ਜਦੋਂ ਇਹ ਸਿਰਫ ਦੌੜ ਸੱਤਾ ਦੀ ਰਹਿ ਗਈ ਤੇ ਫਿਰ ਉਹ ਲੋਕ ਆਏ ਜਿਨ੍ਹਾਂ ਨੂੰ ਸਿਰਫ ਸੱਤਾ ਚਾਹੀਦੀ ਸੀ। ਔਰ ਅੱਜ ਵੀ ਅਕਾਲੀ ਦਲ ਦੇ ਵਿੱਚ ਉਹ ਲੋਕ ਵਿਰਲੇ ਨੇ ਜਿਨ੍ਹਾਂ ਨੇ ਅਕਾਲੀ ਦਲ ਨੂੰ ਇਸ ਮੁਕਾਮ ਤੱਕ ਤੇ ਪਹੁੰਚਾਇਆ, ਲੇਕਿਨ ਸੱਤਾ ਦੇ ਨਾਂ ਤੇ ਉਹਨਾਂ ਦੇ ਕੋਲ ਇੱਕ ਨਗੂਣਾ ਜਾਂ ਕੋਈ ਅਹੁਦਾ ਜ਼ਰੂਰ ਹੈ ਜੀ। ਉਹ ਪਾਰਟੀ ਦੇ ਨੀਤੀਵੇਤਾ ਨਹੀਂ ਨੇ ਜੀ ਜੀ ਜੀ, ਕਿਉਂਕਿ ਪਾਰਟੀ ਦੀ ਨੀਤੀ ਜਿਹੜੀ ਆ ਉਹ ਉਹਨਾਂ ਲੋਕਾਂ ਦੇ ਹੱਥ 'ਚ ਆ ਜਿਨ੍ਹਾਂ ਨੇ ਨਾ ਤੇ ਕਦੇ ਕੁਰਬਾਨੀ ਕੀਤੀ, ਨਾ ਉਹਨਾਂ ਦੇ ਕੋਲ ਸਿੱਖੀ ਆ ਤੇ ਨਾ ਹੀ ਉਹਨਾਂ ਦੇ ਕੋਲ ਪੰਜਾਬ ਦੇ ਹਿੱਤਾਂ ਦਾ ਕੋਈ ਵਿਜ਼ਨ ਹੈ, ਕੁਛ ਵੀ ਨਹੀਂ ਹੈ ਜੀ। ਜਿਹੜੀ ਇਹ ਗੱਲ ਕਹੀ ਜਾਂਦੀ ਸੀ ਵੀ ਪੰਜਾਬ ਦੀ ਸਿਆਸਤ 'ਚ ਵੀ ਅਕਾਲੀ ਤੇ 20 ਸਾਲ ਬਾਅਦ ਸੋਚਦੇ ਨੇ, ਉਹ ਕਿਤੇ ਅੱਜ ਵੀ ਤੁਹਾਨੂੰ ਨਜ਼ਰ ਆਏਗੀ ਜੀ। ਅੱਜ ਜਦੋਂ 1987 ਤੋਂ ਲੈ ਕੇ ਜੇ ਤੁਸੀਂ 2017 ਤੱਕ ਦੇਖੋ ਤੇ ਰੰਧਾਵਾ ਜੀ 30 ਸਾਲ ਦਾ ਸਫ਼ਰ ਹੈ। ਇੱਕ 1920 ਤੋਂ 1947 ਤੱਕ ਤੁਸੀਂ ਇੱਕ ਮੁਕਾਮ ਬਰਕਰਾਰ ਰੱਖਿਆ ਕੁਰਬਾਨੀਆਂ ਦਾ, ਲੇਕਿਨ 1978 ਦੇ ਵਿੱਚ ਜਦੋਂ ਨਿਰੰਕਾਰੀ ਕਾਂਡ ਹੁੰਦਾ, ਉਮਰਾ ਨੰਗਲ ਅਕਾਲੀ ਦਲ ਦੇ ਸਨ, ਅਕਾਲੀ ਦਲ ਦੀ ਵਿਰੋਧਤਾ ਵੀ ਕਰਦੇ ਸਨ, ਸਿਧਾਂਤਕ ਵਿਰੋਧਤਾ ਕਰਦੇ ਸਨ, ਅਕਾਲ ਤਖਤ ਦੇ ਹੁਕਮਨਾਮੇ ਦੀ ਵਿਰੋਧਤਾ ਕਰਦੇ ਸਨ, ਲੇਕਿਨ ਲੀਡਰਸ਼ਿਪ ਨੇ ਉਹਨਾਂ ਨੂੰ ਅਕਾਲੀ ਦਲ ਚੋਂ ਬਾਹਰ ਨਹੀਂ ਕੱਢ ਦਿੱਤਾ ਕਿ ਤੇਰੇ ਸਾਡੇ ਨਾਲ ਵਿਚਾਰ ਨਹੀਂ ਰਲਦੇ। ਲੇਕਿਨ ਅੱਜ ਹਾਲਾਤ ਇਹ ਨੇ, ਤੁਹਾਡੀ ਗੱਲ ਸੁਣੋ, ਕਿ ਜੇ ਕੋਈ ਸਲਾਹ ਦੇਣ ਲੱਗਾ ਵੀ ਸੋਚਦਾ ਵੀ ਜੇ ਸਲਾਹ ਪਸੰਦ ਨਾ ਆਈ ਤੇ ਇਹਨਾਂ ਮੈਨੂੰ ਬਾਹਰ ਕੱਢ ਦੇਣਾ ਜੀ, ਇਹਨਾਂ ਕਹਿਣਾ ਗਦਾਰ ਹੈ, ਇਹ ਕਾਂਗਰਸ ਦੀ ਬੀ ਟੀਮ ਹੈ। ਔਰ ਸਭ ਤੋਂ ਵੱਡੇ, ਔਰ ਜਦੋਂ ਤੁਸੀਂ ਆਪਣੇ ਬੰਦਿਆਂ ਦੇ ਉੱਤੇ ਜਿਨ੍ਹਾਂ ਤੁਹਾਨੂੰ ਕੁੱਛੜ ਚੁੱਕ ਕੇ ਖੜਾਇਆ ਹੋਵੇ, ਜਿਨ੍ਹਾਂ ਤੁਹਾਨੂੰ ਪਾਲਿਆ ਹੋਵੇ, ਜਿਨ੍ਹਾਂ ਤੁਹਾਡੀ ਖਾਤਰ ਮੌਤ ਵਿਆਹੀ ਹੋਵੇ, ਤੁਸੀਂ ਉਹਨਾਂ ਨੂੰ ਜਦੋਂ ਗਦਾਰ ਕਹਿੰਦੇ ਹੋ, ਕਿਸੇ ਹੋਰ ਦੀ ਬੀ ਟੀਮ ਕਹਿੰਦੇ ਹੋ, ਸਿਰਫ ਵਿਚਾਰ ਤੱਕ ਵਖੇਵੇਂ ਕਰ, ਤੇ ਫਿਰ ਤੁਹਾਡੇ ਅੰਦਰ ਜੋ ਕੁਝ ਰਿੱਝਦਾ ਤੁਸੀਂ ਬਿਹਤਰ ਜਾਣਦੇ ਹੋ। ਉਹ ਵੱਖਰੀ ਗੱਲ ਆ ਕਿ ਤੁਹਾਡੇ ਅੰਦਰ ਕੋਈ ਸ਼ਾਂਤੀ ਨਹੀਂ ਹੈ। ਤੁਹਾਡਾ ਮਤਲਬ ਬੜਾ ਸਾਫ਼ ਹੈ ਕਿ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਤਾਂ ਇੱਕ ਸਲਾਹ ਹੀ ਦਿੱਤੀ ਸੀ, ਬਿਲਕੁਲ, ਫਿਰ ਉਹ ਅਕਾਲੀ ਪੋਲਿਟਿਕਸ ਦੇ ਵਿੱਚ ਜਿਹੜੀ ਚੱਕ ਥਲ ਹੋਈ ਉਹ ਵੀ ਬਿਲਕੁਲ ਫਿਰ ਆਖਰ ਦੇ ਵਿੱਚ ਉਹੀ ਗੱਲ ਕਿ ਉਹ ਦੁਬਾਰਾ ਆਪਣੇ ਫੈਸਲੇ ਵਾਪਸ ਲੈਣੇ ਪਏ। ਅਗਲੀ ਗੱਲ ਜਿਹੜੀ ਸਰਦਾਰ ਸਾਹਿਬ ਮੈਨੂੰ ਇੰਝ ਲੱਗਦੀ ਹੈ ਕਿ ਮੈਂ ਇਸ ਮੁੱਦੇ ਤੇ ਜਦੋਂ ਬਹੁਤ ਸਾਰੇ ਅਕਾਲੀ ਪੋਲਿਟਿਕਸ ਨੂੰ ਜਾਣਨ ਵਾਲੇ ਬੁੱਧੀਮਾਨ ਲੋਕਾਂ ਨਾਲ ਗੱਲ ਕੀਤੀ ਤੇ ਇੱਕ
ਕਾਮਨ ਪੁਆਇੰਟ ਤੇ ਸਾਰੇ ਹੀ ਸਹਿਮਤ ਸੀਗੇ ਕਿ ਜਿੱਥੋਂ ਤੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਸਿੰਘ ਬਾਦਲ ਦੀ ਕਾਰਜਸ਼ੈਲੀ ਦਾ ਸਵਾਲ ਹੈ, ਜੀ ਇੱਕ ਵਖਰੇਵਾ ਬੜਾ ਪਿੰਨ ਪੁਆਇੰਟ ਕੀਤਾ ਜਾਂਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜਾ ਵੀ ਪਾਰਟੀ ਚੋਂ ਗਿਆ ਉਹਦੇ ਖਿਲਾਫ ਕਦੇ ਆਪ ਮੂੰਹ ਨਹੀਂ ਖੋਲੇ। ਉਹਨਾਂ ਨੇ ਕਦੇ ਵੀ ਦੱਬੀ ਜ਼ਬਾਨ 'ਚ ਵੀ ਕਿਸੇ ਨੂੰ ਮਾੜਾ ਨਹੀਂ ਕਿਹਾ, ਜੇ ਕਿਹਾ ਹੋਊਗਾ ਤੇ ਸ਼ਬਦ ਸੱਭਿਅਕ ਰੱਖੇ ਤਾਂ ਕਿ ਲੋੜ ਪੈਣ ਦੇ ਉੱਤੇ ਜੇ ਕਿਸੇ ਨਾਲ ਦੁਬਾਰਾ ਬੈਠਣਾ ਪਵੇ ਤੇ ਸ਼ਰਮਿੰਦਗੀ ਦਾ ਸਾਹਮਣਾ ਨਾ ਕਰਨਾ ਪਏ। ਉਹਨਾਂ ਦੇ ਨਾਲ ਵਾਲੇ, ਉਹਨਾਂ ਦੇ ਥੱਲੇ ਕੰਮ ਕਰਨ ਵਾਲੇ ਭਾਵੇਂ ਉਹਨਾਂ ਦੇ ਇਸ਼ਾਰੇ ਤੇ ਗਾਲਾਂ ਵਰਗੀ ਭਾਸ਼ਾ ਵਰਤਦੇ ਰਹੇ, ਭਾਵੇਂ ਉਹ ਟੌੜਾ ਹੋਵੇ, ਭਾਵੇਂ ਬਰਨਾਲੇ ਦਾ ਉਹ ਦੌਰ ਹੋਵੇ ਜਾਂ ਬਾਕੀ ਸਾਰੇ ਜਿਹੜੇ ਘਟਨਾਕ੍ਰਮ ਬੀਤੇ 'ਚ ਵਾਪਰੇ, ਲੇਕਿਨ ਉਹ ਆਪ ਕੋਸ਼ਿਸ਼ ਕਰਦੇ ਸੀ ਕਿ ਇੱਕ ਸੁਰੱਖਿਅਤ ਰਾਹ ਰੱਖ ਲਿਆ ਜਾਵੇ ਜਿਹਦੇ ਤੇ ਜੇ ਤੁਰਨਾ ਪਵੇ ਤੇ ਆਪ ਨੀਵੇਂ ਨਾ ਪੈਣਾ ਪਵੇ। ਇਹ ਅੱਜ ਦੀ ਸਿਆਸਤ ਵਿੱਚੋਂ ਮਿਸਿੰਗ ਹੈ। ਜਦੋਂ ਤੁਸੀਂ ਕੋਈ ਤੁਹਾਡੇ ਨਾਲ, ਤੁਸੀਂ ਠੀਕ ਕਿਹਾ ਕਿ ਵਿਚਾਰਕ ਧਾਰਕ ਵਖਰੇਵਿਆਂ ਕਰਕੇ ਪਾਸੇ ਹੁੰਦਾ, ਉਹਦੇ ਲਈ ਤੁਸੀਂ ਦਰਵਾਜ਼ੇ ਇਸ ਤਰ੍ਹਾਂ ਪਹਿਲਾਂ ਤੇ ਉਹਨੂੰ ਬੂਹੇ ਤੱਕ ਛੱਡਣ ਜਾਂਦੇ ਹੋ ਤੁਸੀਂ ਵੀ ਚੱਲ ਬਈ ਤੈਨੂੰ ਕੱਢ ਕੇ ਆਈਏ, ਫਿਰ ਮੁੜ ਕੇ ਤੁਸੀਂ ਬੂਹੇ ਵੀ ਇਦਾਂ ਭੇੜ ਲੈਂਦੇ ਹੋ ਕਿ ਜਿਵੇਂ ਦੂਜਾ ਰਸਤਾ ਹੀ ਨਾ ਛੱਡਣਾ ਹੋਵੇ। ਫਿਰ ਜਿਹੜੇ ਤੁਹਾਡੇ ਚਾਪਲੂਸ ਤੇ ਤੁਹਾਡੇ ਨਾਲ ਚੱਲਣ ਵਾਲੇ ਲੋਕ ਉਹ ਬੇਸਮਝੀ 'ਚ ਇੰਨੀ ਛੋਟੇ ਪੱਧਰ ਦੀ ਬਿਆਨਬਾਜ਼ੀ ਤੱਕ ਚਲੇ ਜਾਂਦੇ ਆ, ਬੇਗਾਨਗੀ ਇੰਨੀ ਭਾਰੂ ਹੋ ਜਾਂਦੀ ਆ ਕਿ ਬਾਕੀ ਰਸਤੇ ਸਾਰੇ ਬੰਦ ਹੋ ਜਾਂਦੇ। ਦੂਜੀ ਗੱਲ, ਜਦੋਂ ਤੁਸੀਂ ਫੋਕਸ ਸਿਰਫ ਸੱਤਾ ਰੱਖਿਆ ਹੋਵੇ, ਜਦੋਂ ਤੁਹਾਡਾ ਨਿਸ਼ਾਨਾ ਸਿਰਫ ਕੁਰਸੀ ਹਾਸਲ ਕਰਨਾ ਹੋਵੇ, ਉਸ ਵੇਲੇ ਲੋਕ ਮਨਾਂ 'ਚ ਤੁਹਾਡੀ ਉਹ ਇੱਜ਼ਤ ਨਹੀਂ ਰਹਿੰਦੀ, ਕਿਉਂਕਿ ਜਾਂ ਤਾਂ ਕੁਰਸੀ ਹਾਸਲ ਲੋਕਾਂ ਲਈ ਕਰਨੀ ਹੋਵੇ, ਉਹ ਦੂਜਾ ਪਹਿਲੂ ਆ, ਜਾਂ ਲੋਕਾਂ ਲਈ ਸੰਘਰਸ਼ ਕਰੋ ਕੁਰਸੀ ਆਪੇ ਮਿਲ ਜੇ, ਇਹ ਦੂਜਾ ਪਹਿਲੂ ਆ। ਸੋ ਅਕਾਲੀ ਦਲ ਦਾ ਖਾਸਾ ਸੀ ਕਿ ਸੰਘਰਸ਼ ਕਰਦੇ ਸੀ, ਕੁਰਸੀ ਪਿੱਛੇ ਆ ਜਾਂਦੀ ਸੀ, ਭਾਵੇਂ ਸੈਂਟਰ ਦੀਆਂ ਗਵਰਨਮੈਂਟਾਂ ਨੇ ਸਰਕਾਰਾਂ ਚੱਲਣ ਦਿੱਤੀਆਂ ਕਿ ਨਾ ਚੱਲਣ ਦਿੱਤੀਆਂ, ਲੇਕਿਨ ਟਰੈਕ ਰਿਕਾਰਡ ਠੀਕ ਹੁੰਦਾ ਸੀ। ਇਸ ਵਾਰੀ ਲਗਾਤਾਰ 3 ਵਾਰ ਗਵਰਨਮੈਂਟ ਚੱਲੀ ਆ, ਕੈਪਟਨ ਅਮਰਿੰਦਰ ਸਿੰਘ ਵਾਲੀ 2002 ਤੋਂ 2007 ਨੂੰ ਛੱਡ ਲਈਏ ਤਾਂ 15 ਸਾਲ ਦੀ ਕਾਰਗੁਜ਼ਾਰੀ ਨਿੱਲ ਆ। ਪਿਛਲੀਆਂ ਸਰਕਾਰਾਂ ਦੀ 2-2, 3-3 ਸਾਲ ਦੀ ਕਾਰਗੁਜ਼ਾਰੀ ਗਿਣਨਯੋਗ ਸੀ, ਗਣਾਉਣਯੋਗ ਸੀ। ਇਹਨਾਂ 15 ਸਾਲਾਂ ਦੇ ਵਿੱਚ ਯਾਦਗਾਰਾਂ ਬਣਾਉਣ ਤੋਂ ਇਲਾਵਾ ਹੋਰ ਕੋਈ ਵੀ ਸਰਕਾਰ ਦਾ ਜ਼ਿਕਰਯੋਗ ਕੰਮ ਨਹੀਂ। ਤੁਹਾਨੂੰ ਯਾਦ ਹੈ ਕਿ ਜਦੋਂ ਫੋਕਲ ਪੁਆਇੰਟ ਬਣਾਏ ਗਏ ਮੁੜ ਕੇ ਉਹ ਸਿਰੇ ਹੀ ਨਾ ਚੜ੍ਹ। ਸਹੀ ਗੱਲ ਆ। ਤੁਸੀਂ ਜਿਹੜਾ ਸਰਵਿਸਿਜ਼ ਦਾ ਉਹਨਾਂ ਨੂੰ ਡਿਜੀਟਲ ਕਰਨ ਲਈ ਜਿਹੜੇ ਸੈਂਟਰ ਲਿਆਂਦੇ ਉਹ ਵੀ ਕਾਮਯਾਬ ਨਾ ਹੋਏ, ਕਿਉਂਕਿ ਕਿੰਨੇ ਤੁਸੀਂ ਪਾਲਿਸੀਜ਼ ਲੈ ਕੇ ਆ ਰਹੇ ਸੀ, ਉਹਨਾਂ ਨੂੰ ਚੱਲਦੇ ਰਹਿਣ ਲਈ ਜਿੰਨੀ ਆਕਸੀਜਨ ਚਾਹੀਦੀ ਸੀ ਉਹਦੇ ਲਈ ਤੁਸੀਂ ਪ੍ਰਬੰਧ ਹੀ ਨਹੀਂ ਕੀਤਾ। ਤੁਸੀਂ ਸੰਘੀ ਘੁੱਟ ਕੇ ਸਰਵਿਸਿਜ਼ ਨਹੀਂ ਚਲਾ ਸਕਦੇ, ਪੰਜਾਬ ਦੇ ਲੋਕਾਂ ਦੀ ਵੀ ਸੰਘੀ ਘੁੱਟੀ ਗਈ। ਸੋ ਲੋਕ ਇਹ ਸਮਝਦੇ ਆ ਕਿ ਜਦੋਂ ਲੀਡਰਸ਼ਿਪ ਕਿਧਰੇ ਵੀ ਐਨਾਲਾਈਜ਼ ਕਰਦੀ ਹੈ, ਜਿਹੜੇ ਦੂਜੀ ਤੀਜੀ ਕਤਾਰ ਦੇ ਲੋਕ ਆ ਉਹ ਸਮਝਦੇ ਆ ਕਿ ਜੇ ਸਾਡਾ ਭਵਿੱਖ, ਜਿਹੜੇ ਆਏ ਕੁਰਸੀਆਂ ਲਈ ਕਈ ਵਾਰੀ ਇਹ ਵੀ ਸਹੀ ਗੱਲ ਅਗਲੇ ਸੋਚਦੇ ਆ ਕਿ ਹੁਣ ਅਕਾਲੀ ਗ੍ਰਾਫ ਡਿੱਗੀ ਜਾਂਦਾ। ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਇਹ ਵੱਡਾ ਸੰਕਟ ਹੈ ਕਿ ਆਖਰ ਉਹ ਕਰਨ ਕੀ, ਆਖਰ ਸਾਰੇ ਐਫਰਟਸ ਲਾਉਣ ਦੇ ਬਾਵਜੂਦ ਨੈਗੇਟਿਵਿਟੀ ਥੰਮਦੀ ਕਿਉਂ ਨਹੀਂ। ਇਸ ਗੱਲ ਨੂੰ ਉੱਪਰੋਂ ਉੱਪਰੀ ਤਾਂ ਐਡਰੈਸ ਕੀਤਾ ਜਾ ਰਿਹਾ ਨਜ਼ਰ ਆਉਂਦਾ ਹੈ, ਲੇਕਿਨ ਰੂਟ ਕਾਜ ਤੱਕ ਕੋਈ ਜਾਣ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਜਿਹੜੀ ਜੜਾ ਉਹਨੂੰ ਫੜਨ ਦੀ ਕੋਈ ਕੋਸ਼ਿਸ਼ ਨਹੀਂ ਕਰ ਰਿਹਾ ਕਿ ਜਿਹੜੇ ਪਿੰਡਾਂ 'ਚ ਬੈਠੇ ਲੋਕ ਆ ਜਿਨ੍ਹਾਂ ਦੇ ਮਨਾਂ 'ਚ ਅਕਾਲੀ ਕਿਰਦਾਰ ਦੀ ਇੱਜ਼ਤ ਸੀ, ਉਹ ਇੱਜ਼ਤ ਕਿਉਂ ਖੁਰੀ। ਕਿ ਪਿੰਡ ਪੱਧਰ ਦੀ ਸਾਡੀ ਲੀਡਰਸ਼ਿਪ, ਐਮਐਲਏ ਪੱਧਰ ਦੀ ਲੀਡਰਸ਼ਿਪ ਔਰ ਫਿਰ ਉੱਪਰ ਦੀ ਲੀਡਰਸ਼ਿਪ ਦੇ ਕਿਰਦਾਰਾਂ 'ਚ ਕੋਈ ਬੁਨਿਆਦੀ ਫਰਕ ਆਇਆ। ਲੋਕ ਇਹ ਵੀ ਪੁੱਛਣ ਲੱਗੇ ਕਿ ਆਖਰ ਪਹਿਲੇ ਲੋਕ ਜਿਹੜੇ ਸੀ ਉਹ ਤੁਹਾਡੇ ਦਵਾਦਾਰੂ ਦੇ ਭਾਈਵਾਲ ਸੀਗੇ, ਦੁੱਖ ਸੁੱਖ ਦੇ ਭਾਈਵਾਲ ਸੀ। ਅੱਜ ਦੇ ਜਿੰਨੀ ਲੀਡਰਸ਼ਿਪ ਆ ਉਹ ਫਾਰਚੂਨਰ ਗੱਡੀਆਂ ਜਾਂ ਉਸ ਤੋਂ ਵੀ ਹੁਣ ਤਾਂ ਵੱਡੀਆਂ BMW ਆ ਗਈਆਂ, ਮਰਸੀਡੀਜ਼ ਦੀਆਂ ਵੱਡੇ ਬ੍ਰਾਂਡ ਆ ਗਏ ਜੀ। ਸੋ ਉੱਚੀ ਗੱਡੀ ਤੇ ਠੋਕਵੀਂ ਬ੍ਰਾਂਡਡ ਲੀਡਰਸ਼ਿਪ ਆ ਗਈ, ਬ੍ਰਾਂਡਡ ਲੀਡਰਸ਼ਿਪ ਜਿਨ੍ਹਾਂ ਦੇ ਕੱਪੜੇ ਵੀ ਜਿਹੜੇ ਆ ਉਹ ਬਹੁਤ ਮਹਿੰਗੇ ਆ। ਸੋ ਉਹ ਲੋਕਾਂ ਦੀ ਦੁੱਖਾਂ ਨੂੰ ਕਿਵੇਂ ਹਰ ਸਕਦੇ ਆ, ਇਹ ਵੱਡਾ ਸਵਾਲ ਸੀ। ਸੋ ਧਰਨੇ ਦੇਣੇ, ਬਿਆਨਬਾਜ਼ੀਆਂ ਕਰਨੀਆਂ, ਮੀਟਿੰਗਸ ਕਰਨੀਆਂ ਇੱਕ ਮਰਹਲਾ ਹੈ, ਲੇਕਿਨ ਬੁਨਿਆਦੀ ਤੌਰ ਤੇ ਜੂਝਣਾ ਦੂਜਾ ਮਰਹਲਾ ਹੈ। ਸੋ ਸੁਖਬੀਰ ਸਿੰਘ ਬਾਦਲ ਦੀ ਕਾਰਪੋਰੇਟ ਕਲਚਰ ਵਾਲੀ ਸ਼ੈਲੀ ਉਹਨਾਂ ਚਿਰ ਕਾਮਯਾਬ ਸੀ ਜਿੰਨਾ ਚਿਰ ਸੱਤਾ ਅੱਗੇ ਅੱਗੇ ਤੁਰਦੀ ਰਹੀ। ਇਹ ਸੱਤਾ ਦੀ ਸੀਰਨੀ ਪਿੰਡ ਪੱਧਰ ਤੱਕ ਵੰਡ ਹੁੰਦੀ ਰਹੀ, ਉਦੋਂ ਤੱਕ ਇਹ ਸੱਤਾ ਤੁਰਦੀ ਰਹੀ। ਅੱਜ ਜਦੋਂ ਲੋਕ ਮਹਿਸੂਸ ਕਰਨ ਲੱਗੇ ਕਿ ਇੰਨੇ ਛੋਟੇ ਛੋਟੇ ਟੁਕੜਿਆਂ ਨਾਲ, ਇੰਨੀ ਛੋਟੀ ਛੋਟੀ ਸੱਤਾ ਦੇ ਹਿੱਸੇ ਨਾਲ ਸਾਡਾ ਗੁਜ਼ਾਰਾ ਨਹੀਂ,
ਸਾਡੇ ਬੱਚੇ ਬੇਰੁਜ਼ਗਾਰੀ ਦੇ ਮਾਰੇ ਨੇ, ਭੰਨੇ ਨੇ, ਨਸ਼ਿਆਂ 'ਚ ਪੈਂਦੇ ਨੇ, ਉਹ ਬੱਚਿਆਂ ਲਈ ਇੱਥੇ ਜਗ੍ਹਾ ਨਹੀਂ ਬਚਦੀ, ਉਦੋਂ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ। ਸੋ ਇਸ ਰੂਟ ਨੂੰ, ਇਸ ਜੜ ਨੂੰ ਫੜਨ ਦੀ ਕੋਸ਼ਿਸ਼ ਨਹੀਂ ਹੋ ਰਹੀ, ਇਸੇ ਕਰਕੇ ਲੋਕ ਬਦਲ ਭਾਲਣ ਤੁਰ ਪੈਂਦੇ ਆ। ਪੰਡ ਦਾ ਖੁੱਲਣਾ ਯਕੀਨੀ। ਦੂਸਰੀ ਗੱਲ ਸਭ ਤੋਂ ਇਹ ਆ ਕਿ ਜਦੋਂ ਤੁਸੀਂ ਇਹ ਮਹਿਸੂਸ ਕਰ, ਤੁਹਾਡੀ ਐਫਰਟ ਇਹਨੂੰ ਮਜ਼ਬੂਤ ਕਰਨ ਲਈ ਤੇ ਨਹੀਂ ਹੈ ਜੀ, ਲੇਕਿਨ ਤੁਸੀਂ ਇਹ ਦਾਅਵੇ ਜ਼ਰੂਰ ਕਰਦੇ ਹੋ ਕਿ ਅਸੀਂ ਸਭ ਤੋਂ ਵੱਡੀ ਪਾਰਟੀ ਹਾਂ। ਉਦੋਂ ਸਿਰਫ ਤੁਸੀਂ ਉਮਰ ਹੀ ਦੇਖਦੇ ਹੋ ਜੀ। ਤੇ ਮਾਫ ਕਰਨਾ, ਮੈਂ ਇੱਕ ਬੜਾ ਕੌੜਾ ਲਫ਼ਜ਼ ਵਰਤਣ ਲੱਗਾ ਕਿ ਘਰਾਂ ਦੇ ਵਿੱਚ ਅਸੀਂ ਬਜ਼ੁਰਗ ਕਿਹਨੂੰ ਕਹਿੰਦੇ ਆ ਜੀ, ਜਿਹੜਾ 60 ਸਾਲ ਦੀ ਉਮਰ ਤੋਂ ਉੱਤੇ ਹੋ ਜੇ। ਉਮਰ ਤੇ ਉਹਦੀ 90 ਸਾਲ ਅਸੀਂ ਬਜ਼ੁਰਗ ਦੀ ਮੰਨ ਲਈ, ਲੇਕਿਨ ਜੇ ਅਸੀਂ ਉਸ ਬਜ਼ੁਰਗ ਨੂੰ ਪਾਲਣ ਦੀ ਬਜਾਏ, ਉਹਦੀ ਸੇਵਾ ਸੰਭਾਲ ਕਰਨ ਦੀ ਬਜਾਏ ਉਹਨੂੰ ਬਿਰਧ ਆਸ਼ਰਮ ਵਿੱਚ ਛੱਡ ਆਏ ਜੀ, ਤੇ ਜਿਹੜੀ ਔਲਾਦ ਹੈ ਨਾ ਤੇ ਉਸ ਬਜ਼ੁਰਗ ਦੇ ਕੋਲ ਕੋਈ ਰਾਹ ਸਿੱਖ ਰਹੀ ਆ ਜੀ, ਤੇ ਨਾ ਕੋਈ ਇਹੋ ਜਿਹੀ ਆਸ ਕਰਦੀ ਆ, ਤੇ ਫਿਰ ਅਸੀਂ ਕੀ ਕਰਾਂਗੇ? ਉਹਦਾ ਕਾਰਨ ਕੀ ਆ ਕਿ ਤੁਸੀਂ ਕੀ ਕਰ ਰਹੇ ਹੋ ਫਿਰ ਜੀ? ਤੁਸੀਂ ਇੱਕ ਵਤੀਰਾ ਹੀ ਬਦਲ ਲਿਆ, ਇੱਕ ਰਾਹ ਹੀ ਬਦਲ ਲਿਆ। ਅੱਜ ਜਦੋਂ ਤੁਹਾਡੇ ਅੰਦਰ ਉਹ ਲੋਕ ਨੇ ਜਿਨ੍ਹਾਂ ਦਾ ਲੋਕ ਵਿਰੋਧ ਕਰਦੇ ਪਏ ਨੇ ਜੀ, ਇਜ਼ਹਾਰ ਆਲਮ ਕੌਣ ਹੈ? ਆਖਰਕਾਰ ਉਹ ਲੋਕਾਂ ਦਾ ਹੀਰੋ ਨਹੀਂ, ਪੰਜਾਬ ਦੇ ਲੋਕਾਂ ਦੀ ਨਿਗਾਹ ਵਿੱਚ ਉਹ ਕੀ ਸੀ ਤੇ ਤੁਸੀਂ ਉਹਨੂੰ ਕਿੱਥੇ ਲਿਆ ਕੇ ਬਿਠਾ ਲਿਆ ਜੀ? ਤੁਸੀਂ ਆਪਣੇ ਆਲੇ ਦੁਆਲੇ ਕੀ ਕੀਤਾ? ਇਹ ਜਿਹੜੇ ਲੋਕਾਂ ਦੀ ਤੁਸੀਂ ਅੱਜ ਗੱਲ ਕਰ ਰਹੇ ਹੋ, ਇਹ ਸਾਰੇ ਹੀ ਉਹ ਲੋਕ ਨੇ ਜਿਹੜੇ ਉਦੋਂ ਆਏ ਜਦੋਂ ਸੱਤਾ ਦਾ ਜਿਹੜਾ ਤਖਤ ਸੀ, ਸੱਤਾ ਦਾ ਜਿਹੜਾ ਦੀਵਾਨ ਸੀ, ਪੂਰੀ ਤਰ੍ਹਾਂ ਸਜਿਆ ਸੀ, ਉਹਦੇ ਵਿੱਚ ਐਡਜਸਟ ਹੋਏ। ਇਹਨਾਂ ਨੂੰ ਸੱਤਾ ਨੂੰ ਬਚਾਉਣ ਲਈ ਇਹਨਾਂ ਦੇ ਕੋਲ ਕੋਈ ਰਣਨੀਤੀ ਨਹੀਂ ਹੈ ਜੀ। ਇੱਕ ਮੁੱਦਾ ਸਿਰਫ ਜਿਹੜਾ ਕਿਸਾਨੀ ਦਾ ਮੁੱਦਾ ਇਸ ਵੇਲੇ ਸਾਹਮਣੇ ਆ ਰਿਹਾ, ਕੀ ਕਦੇ ਕਿਸੇ ਨੇ ਸੋਚਿਆ ਕਿ ਆਖਰ ਇਸ ਕਿਸਾਨੀ ਨੂੰ ਬਚਾਉਣ ਦੇ ਲਈ ਜਿੰਨੀ ਮਾਹਿਰਾਂ ਦੀ ਰਾਏ ਆਈ, ਕੀ ਕਦੇ ਅਕਾਲੀ ਦਲ ਨੇ ਅਜੇ ਤੱਕ ਜਾਂ ਕਿਸੇ ਪਾਰਟੀ ਨੇ ਇਹਨਾਂ ਮਾਹਿਰਾਂ ਦੀ ਰਾਏ ਜਾਂ ਸੈਮੀਨਾਰ ਕਰਵਾ ਕੇ ਲੋਕ ਰਾਏ ਵੀ ਬਣਵਾਈ ਜੀ? ਜਾਂ ਜੋ ਕੁਝ ਇਹਨਾਂ ਦੇ ਕੋਲ ਸੀ ਉਹਦੇ ਉੱਤੇ ਲਿਖਤੀ ਇਤਰਾਜ਼ ਪ੍ਰਗਟਾਏ ਨੇ ਜੀ? ਸਿਰਫ ਇਹੀ ਕਿਹਾ ਜਾ ਰਿਹਾ ਨਾ ਕਿ ਅਸੀਂ ਕਰਵਾ ਲਾਂਗੇ, ਇਹ ਕੋਈ ਮਸਲੇ ਦਾ ਹੱਲ ਨਹੀਂ ਹੈ ਜੀ। ਸਿਰਫ ਇਹੋ ਹੀ ਹੈ, ਤੁਹਾਡੇ ਕੋਲ ਅੱਜ ਵੀ ਸੀਨੀਅਰ ਲੀਡਰਸ਼ਿਪ ਹੈ, ਲੀਡਰ ਹੈ ਨਹੀਂ ਤੁਹਾਡੇ ਕੋਲ, ਇਹ ਨਹੀਂ ਹੈ। ਤੁਹਾਡੇ ਕੋਲ ਨਿਰਮਲ ਸਿੰਘ ਕਾਲੋਂ ਬੈਠੇ ਨੇ, ਤੁਹਾਡੇ ਕੋਲ ਗੁਲਜ਼ਾਰ ਸਿੰਘ ਰਣੀਕੇ ਵਰਗੇ ਲੋਕ ਬੈਠੇ ਨੇ, ਲੇਕਿਨ ਹੌਲੀ ਹੌਲੀ ਤੁਹਾਡਾ ਟ੍ਰੈਂਡ ਕੀ ਬਣ ਗਿਆ ਕਿ ਇਹ ਲੋਕ ਤੁਹਾਡੇ ਨੌਜਵਾਨ ਲੀਡਰਾਂ ਦੇ ਗੋਡੀ ਹੱਥ ਲਾਉਣ ਲੱਗ ਪਏ ਨੇ ਜੀ। ਇਹ ਅਕਾਲੀ ਦਲ ਦਾ ਇੱਕ ਬਦਕਿਸਮਤੀ ਕਹੋਗੇ ਕਿ ਨੌਜਵਾਨ ਆਉਂਦੇ ਨੇ 1996-97 ਤੋਂ ਬਾਅਦ ਮੰਤਰੀ ਬਣੇ ਤੇ ਸੀਨੀਅਰ ਲੀਡਰਸ਼ਿਪ ਉਹਨਾਂ ਦੇ ਗੋਡੇ ਹੱਥ ਲਾਉਣ ਲਈ ਮਜਬੂਰ ਹੋ ਗਈ। ਅਸੀਂ ਇਹ ਕੋਈ ਸਭਿਅਤਾ ਨਹੀਂ ਸੀ ਦੇਖੀ ਜੀ। ਅਕਾਲੀ ਦਲ ਦੇ ਵਿੱਚ ਇਹ ਕਦੀ ਕਿਸੇ ਨੇ ਦੇਖਿਆ ਨਹੀਂ ਸੀ, ਲੇਕਿਨ ਅਸੀਂ ਆਪਣੀ ਅੱਖਾਂ ਨਾਲ ਦੇਖ ਲਈ ਆ। ਹੁਣ ਜਦੋਂ ਤੁਹਾਡੇ ਆਲੇ ਦੁਆਲੇ ਸਲਾਹ ਕਰਨ ਵਾਲੇ ਜਿਹੜੇ ਆ, ਉਹਨਾਂ ਦਾ ਕੱਦ ਬਹੁਤ ਨੀਵਾਂ ਆ, ਉਹਨਾਂ ਦਾ ਕੋਈ ਤਜਰਬਾ ਨਹੀਂ ਹੈ ਕਿਸੇ ਵੀ ਫੀਲਡ ਵਿੱਚ, ਤੇ ਫਿਰ ਤੁਹਾਡਾ ਇਹ ਅਕਾਲੀ ਦਲ ਜਿਹੜਾ ਆ ਬਚੇ ਤੇ ਬਚੇ ਕਿਸ ਦੇ ਸਿਰ ਤੇ? ਬਿਲਕੁਲ ਠੀਕ ਹੈ, ਲੀਡਰਸ਼ਿਪ ਬਾਹਰ ਜਾ ਰਹੀ ਆ। ਬਿਲਕੁਲ ਬਿਲਕੁਲ। ਆਖਰਕਾਰ ਜਿਹਨਾਂ ਤੁਸੀਂ ਹੁਣ ਦੇਖੋ ਸਾਫ਼ ਕਹਿ ਰਹੇ ਨੇ, ਜਦੋਂ ਢੀਂਡਸਾ ਸਾਹਿਬ ਕਹਿੰਦੇ ਨੇ ਕਿ ਅਸੀਂ ਆਹ ਸੁਝਾਅ ਦਿੱਤਾ, ਜਦੋਂ ਬ੍ਰਹਮਪੁਰਾ ਨੇ ਕਿਹਾ ਅਸੀਂ ਆਹ ਸੁਝਾਅ ਦਿੱਤਾ, ਜਦੋਂ ਕਿਸੇ ਹੋਰ ਨੇ ਕਿਹਾ ਸੀ, ਸੇਖਵਾਲ ਸਾਹਿਬ ਨੇ ਕਿਹਾ ਸੁਝਾਅ ਦਿੱਤਾ, ਤੇ ਅੱਗੇ ਜਵਾਬ ਮਿਲਿਆ ਪਹਿਲਾਂ ਤਾਂ ਤੁਸੀਂ ਸਾਡੇ ਨਾਲ ਸੀ ਜੀ, ਪਹਿਲਾਂ ਤਾਂ ਤੁਸੀਂ ਸਾਡੇ ਨਾਲ ਸੀ, ਤੁਸੀਂ ਉਦੋਂ ਕਿਉਂ ਨਹੀਂ ਬੋਲੇ? ਇਹਦਾ ਮਤਲਬ ਕਿ ਉਹਨਾਂ ਨੇ ਅਕਾਲੀ ਦਲ ਦੀ ਅੰਦਰਲੀ ਇੱਕ ਨੀਤੀ ਜਿਹੜੀ ਸੀ ਉਹ ਦੱਸ ਦਿੱਤੀ ਕਿ ਜਿਹੜਾ ਵੀ ਬੋਲਿਆ ਉਹਨੂੰ ਬਾਹਰ ਕਰ ਦਿਓ, ਫਿਰ ਜੀ ਉਹਨੂੰ ਹਾਸ਼ੀਏ ਤੇ ਕਰੋ। ਇਹ ਗੱਲ ਕਹਿੰਦਿਆਂ ਅਕਾਲੀ ਦਲ ਨੇ ਇੱਕ ਤੀਸਰੀ ਧਿਰ ਨੂੰ ਪੰਜਾਬ ਦੇ ਵਿੱਚ ਜਨਮ ਦਿੱਤਾ 2017 ਦੇ ਵਿੱਚ ਜੀ। ਜੇ ਇਹ ਲੋਕ ਇਹ ਨਾ ਕਹਿੰਦੇ ਕਿ ਚਲੇ ਜਾਵੇ ਜਿਹੜਾ ਬਾਹਰ ਚਲ ਜਾਂਦਾ, ਅਕਾਲੀ ਦਲ ਤੇ ਮਹਾਨ ਆ, ਪਾਰਟੀ ਨਾਲ ਟੁੱਟ ਕੇ ਕੋਈ ਬਚ ਨਹੀਂ ਸਕਦਾ। ਨਹੀਂ ਸਰਦਾਰ ਸਾਹਿਬ, ਸਾਨੂੰ ਇਹ ਦੇਖਣਾ ਪਏਗਾ 2017 ਚ ਇਹ ਵਰਤਾਰਾ ਉਹਨਾਂ ਤੀਬਰ ਨਹੀਂ ਸੀ। ਸਾਨੂੰ ਇਹ ਮੰਨਣਾ ਪਊਗਾ 2017 ਦੀ ਘਟਨਾਕ੍ਰਮ ਦੇ ਵਿੱਚ ਆਮ ਆਦਮੀ ਪਾਰਟੀ ਇੱਥੋਂ ਨਹੀਂ ਆਉਂਦੀ, ਉਹ ਤਾਂ ਦਿੱਲੀ ਦੇ ਗਲਿਆਰਿਆਂ ਚੋਂ ਆਉਂਦੀ ਆ। ਪੰਜਾਬੀ ਜਿਹੜੇ ਉਹ
ਅਣਖੀਲੇ ਸੀਗੇ, ਉਹਨਾਂ ਨੂੰ ਲੱਗਿਆ ਕਿ ਪੰਜਾਬ ਦੇ ਵਿੱਚੋਂ ਚੰਗੀ ਫਸਲ ਕੱਟੀ ਜਾ ਸਕਦੀ ਹੈ, ਕੱਟੀ ਵੀ ਗਈ। ਅਕਾਲੀ ਦਲ ਦਾ ਨਿਘਾਰ ਜਿਹੜਾ ਉਹ ਉਸ ਤੋਂ ਵੀ 5 ਸਾਲ ਪਹਿਲਾਂ ਸ਼ੁਰੂ ਹੁੰਦਾ ਹੈ, ਲੇਕਿਨ ਇਹ ਸਾਰੇ ਦੱਬੇ ਕੁੱਟੇ ਤੁਰਦੇ ਰਹੇ। ਇਹ ਜਿੰਨੀ ਪੁਰਾਣੀ ਲੀਡਰਸ਼ਿਪ ਸੀ ਦੱਬੇ ਕੁੱਟੇ ਗੁਜ਼ਾਰਾ ਕਰਦੀ ਰਹੀ, ਕਿਉਂਕਿ ਉਹਨਾਂ ਦੇ ਵੀ ਇਹ ਕਮਜ਼ੋਰੀਆਂ ਸੀ ਕਿ ਸਭ ਦੇ ਪੁੱਤ ਧੀਆਂ ਅੱਗੇ ਆਉਣੇ ਸੀ। ਸਾਰੇ ਹੌਲੀ ਹੌਲੀ ਉਹਨਾਂ ਨੂੰ ਅੱਗੇ ਕਰਨਾ ਸ਼ੁਰੂ ਕਰਤਾ ਵੀ ਚਲੋ ਜੇ ਉੱਪਰਲੇ ਘਰੇ ਪੀੜ੍ਹੀ ਪਰਿਵਰਤਨ ਹੋ ਰਿਹਾ ਤੇ ਥੱਲੇ ਵੀ ਕਰ ਦਿੰਦੇ ਆ। ਲੇਕਿਨ ਅਖੀਰ ਦੇ ਵਿੱਚ ਇਹ ਸਿਲਸਿਲਾ ਇੰਨਾ ਜ਼ਿਆਦਾ ਤੇਜ਼ੀ ਫੜ ਗਿਆ ਕਿ ਜਿਹੜੀਆਂ ਅਸਲ ਰਵਾਇਤਾਂ ਸੀ ਉਹ ਪਿੱਛੇ ਰਹਿ ਗਈਆਂ, ਪਾਰਟੀ ਦਾ ਮੂਲ ਢਾਂਚਾ ਪਿੱਛੇ ਰਹਿ ਗਿਆ, ਪਾਰਟੀ ਦੀ ਵਿਚਾਰਧਾਰਾ ਪਿੱਛੇ ਰਹਿ ਗਈ, ਸੱਤਾ ਬਹੁਤ ਅੱਗੇ ਆ ਗਈ। ਹੁਣ ਇਹੀ ਸਭ ਤੋਂ ਵੱਡਾ ਸੰਕਟ ਹੈ ਕਿ ਸੱਤਾ ਲੈਣ ਲਈ ਆਏ ਹੋਏ ਬੰਦੇ ਜਦੋਂ ਦੇਖ ਰਿਹਾ ਕਿ ਸੱਤਾ ਨਹੀਂ ਮਿਲਣੀ, ਉਦੋਂ ਹੀ ਦੂਜੇ ਪਾਸੇ ਚੱਲ ਜਾਣਗੇ, ਸ਼ਿਫਟ ਹੁੰਦੇ। ਲੇਕਿਨ ਸਰਦਾਰ ਰਣਜੀਤ ਸਿੰਘ ਤਲਵੰਡੀ ਵਰਗੇ ਲੋਕਾਂ ਦਾ ਇੱਥੋਂ ਜਾਣ ਦਾ ਇੱਕ ਵੱਡਾ ਮੈਸੇਜ ਵੀ ਹੈ ਕਿ ਆਖਰ ਜਿਹੜੇ ਪੁਰਾਣੇ ਟਕਸਾਲੀ ਪਰਿਵਾਰ ਸੀ ਦਲ ਨਾਲ ਜੁੜੇ ਹੋਏ, ਉਹਨਾਂ ਦਾ ਮੋਹ ਭੰਗ ਗੁਲਸ਼ਨ ਆਏ ਨੇ, ਉਹਨਾਂ ਦਾ ਮੋਹ ਭੰਗ ਕਿਉਂ ਹੋ ਗਿਆ? ਬੀਬੀ ਗੁਲਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ, ਉਹਨਾਂ ਦੇ ਸ਼ਰੀਕੇ ਹਯਾਤ ਜਸਟਿਸ ਨਿਰਮਲ ਸਿੰਘ, ਪੁਰਾਣੇ ਬੰਦੇ ਲੋਕ ਜਿਹੜੇ ਮਤਲਬ ਸਾਲਾਂ ਤੋਂ ਪਾਰਟੀ ਦੀ ਰੂਹ ਨਾਲ ਜੁੜੇ ਸੀ, ਉਹ ਟੁੱਟੇ ਕਿਉਂ? ਉਹ ਕਿੰਨੇ ਔਖੇ ਹੋ ਕੇ ਉੱਥੋਂ ਨਿਕਲੇ? ਉਹਨਾਂ ਨੂੰ ਇਹ ਫੈਸਲੇ ਲੈਣੇ ਕਿੰਨੇ ਔਖੇ ਹੋਣਗੇ ਕਿ ਸਾਲਾਂ ਦੇ ਰਿਸ਼ਤੇ ਦਹਾਕਿਆਂ ਤੱਕ ਉਹ ਪਰਿਵਾਰਾਂ ਦੇ ਪਰਿਵਾਰ ਅੱਗੇ ਤੁਰਦੇ ਆ, ਲੇਕਿਨ ਅਖੀਰ ਇੱਕ ਦਿਨ ਉਹਨਾਂ ਨੂੰ ਰਾਹ ਬਦਲਨੇ ਪੈਂਦੇ ਆ। ਇਸ ਘਟਨਾਕ੍ਰਮ ਨੂੰ ਇਹ ਜੋੜਨਾ ਬਣਦਾ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਦੇ ਨਾਲ ਚੱਲਣ ਵਾਲੇ ਦਲ ਦੇ ਵਿੱਚ ਸੱਤਾ ਆਉਣ ਦੀ ਉਮੀਦ ਘੱਟ ਬਚੀ ਹੈ? ਹੌਲੀ ਹੌਲੀ ਜੇਕਰ ਇਹ ਸ਼ਿਫਟ ਹੋ ਰਿਹਾ ਫੋਕਸ, ਤੇ ਇਹਦੇ ਲਈ ਜ਼ਿੰਮੇਵਾਰ ਕੌਣ ਆ? ਇਹ ਬੜੇ ਵੱਡੇ ਸਵਾਲ ਆ, ਐਡਰੈਸ ਕਰਨੇ ਪੈਣਗੇ ਅਕਾਲੀ ਦਲ ਨੂੰ। ਹੋ ਸਕਦਾ ਦਸੰਬਰ ਇਸ 20 ਦੇ ਵਿੱਚ ਹੀ, ਜਦੋਂ ਤੱਕ 100 ਸਾਲਾ ਮਨਾਇਆ ਜਾਣਾ, ਇਹ ਵੀ ਦੇਖਣਾ ਹੋਊਗਾ ਕਿ ਕਿਹੜੀ ਧਿਰ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਮਨਾਉਂਦੀ ਆ। 100 ਸਾਲਾ ਮੌਕੇ ਦੇ ਉੱਤੇ ਕਿਹੜੀ ਧਿਰ ਆਪਣੇ ਆਪ ਨੂੰ ਜ਼ਿਆਦਾ ਵੱਡੇ ਅਕਾਲੀ ਹੋਣ ਦਾ ਦਮ ਭਰਦੀ ਹੈ, ਕਿਉਂਕਿ ਇੱਕ ਦਾਵਾ ਹੁੰਦਾ ਹੈ ਔਰ ਇੱਕ ਦ੍ਰਿਸ਼ ਹੁੰਦਾ ਹੈ। ਹੁਣ ਦ੍ਰਿਸ਼ ਦੇਖਣੇ ਹੋਣਗੇ ਕਿ ਲੋਕ ਪ੍ਰਵਾਨਗੀ ਕਿੱਧਰ ਜਾਂਦੀ ਆ। ਕੀ ਸੁਖਬੀਰ ਸਿੰਘ ਬਾਦਲ ਉਦੋਂ ਤੱਕ ਹੋਮਵਰਕ ਜ਼ਿਆਦਾ ਕਰਦੇ ਆ, ਪੁਰਾਣੇ ਚਿਹਰਿਆਂ ਨੂੰ ਨਾਲ ਲੈਂਦੇ ਆ, ਇਤਿਹਾਸਕਾਰਾਂ ਦੇ ਸਲਾਹਕਾਰ ਮੰਡਲ ਦੇ ਵਿੱਚੋਂ ਕੁਝ ਕੱਢ ਕੇ ਲਿਆਉਂਦੇ ਆ? ਇਹ ਵੱਡੇ ਸਵਾਲ ਆ, ਇਹ ਹੱਲ ਹੋਣ ਵਾਲੇ ਤਾਂ ਨਹੀਂ, ਸਿਲਸਿਲਾ ਬਣਿਆ ਰਹਿਣਾ ਹੈ। ਸਾਡੀ ਨਜ਼ਰ ਵੀ ਬਣੇ ਰਹੇਗੀ। ਸਰਦਾਰ ਸਾਹਿਬ ਬਹੁਤ ਮਿਹਰਬਾਨੀ।